ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਲੈਕਚਰ ਲੜੀ ਵਿੱਚ ਅਸੀਂ ਗੁਰਮੁਖੀ ਲਿਪੀ ਦਾ ਨਿਕਾਸ ਅਤੇ ਵਿਕਾਸ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ। ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ, ਨਵੇਂ ਜੁੜੇ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ, ਤੇ ਨਾਲ ਹੀ ਸਾਹਿਤਕ ਸੱਥ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਵੀ ਕਰ ਲਵੋ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਚੈਨਲ ਦੇ ਨਾਲ ਜੋੜ ਕੇ ਉਹਨਾਂ ਦੀਆਂ ਪੜ੍ਹਾਈ ਸੰਬੰਧੀ ਜ਼ਰੂਰਤਾਂ ਨੂੰ ਪੂਰੀਆਂ ਕੀਤਾ ਜਾ ਸਕੇ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਭਾਸ਼ਾ ਦੇ ਰੂਪ ਵਿੱਚ ਮੂੰਹ ਵਿੱਚੋਂ ਨਿਕਲਣ ਵਾਲੀਆਂ ਧੁਨੀਆਂ ਨੂੰ ਜਦ ਲਿਖਤੀ ਰੂਪ ਦੇ ਵਿੱਚ ਅੰਕਿਤ ਕੀਤਾ ਜਾਂਦਾ ਹੈ ਜਾਂ ਪ੍ਰਗਟਾਇਆ ਜਾਂਦਾ ਹੈ ਤਾਂ ਅਜਿਹਾ ਕਰਨ ਲਈ ਜਿਨ੍ਹਾਂ ਚਿੰਨ੍ਹਾਂ ਦੀ ਵਰਤੋਂ ਕਰਨੀ ਪੈਂਦੀ ਹੈ ਉਸ ਨੂੰ ਲਿਪੀ ਕਿਹਾ ਜਾਂਦਾ ਹੈ। ਇੱਥੇ ਚਿੰਨ੍ਹ ਕਿਹੜੇ ਹਨ? ਜਿਵੇਂ ਊੜਾ, ਆੜਾ, ਈੜੀ ਆਦਿ ਜੋ 35 ਅੱਖਰੀ ਹੈ। ਇਹ 35 ਚਿੰਨ੍ਹ ਹਨ ਗੁਰਮੁਖੀ ਲਿਪੀ ਨੂੰ ਪ੍ਰਗਟਾਉਣ ਵਾਲੇ। ਲਿਪੀ ਵਿੱਚ ਕਿਸੇ ਵੀ ਭਾਸ਼ਾ ਜਾਂ ਬੋਲੀ ਨੂੰ ਸਾਂਭ ਕੇ ਉਸ ਨੂੰ ਸਦੀਵੀ ਬਣਾਉਣ ਦੀ ਸਮਰੱਥਾ ਮੌਜੂਦ ਹੁੰਦੀ ਹੈ। ਭਾਵ ਲਿਪੀ ਭਾਸ਼ਾ ਜਾਂ ਬੋਲੀ ਨੂੰ ਸਾਂਭ ਕੇ ਰੱਖਦੀ ਹੈ ਅਤੇ ਉਸ ਦੇ ਵਿਕਾਸ ਦੇ ਵਿੱਚ ਹਿੱਸਾ ਪਾਉਂਦੀ ਹੈ। ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰਮੁਖੀ ਲਿਪੀ ਦੇ ਨਿਕਾਸ ਬਾਰੇ ਬਹੁਤ ਸਾਰੇ ਭਰਮ ਭੁਲੇਖੇ ਪ੍ਰਚਲਿਤ ਹਨ ਕਿ ਇਹ ਕਦੋਂ ਹੋਂਦ ਵਿੱਚ ਆਈ, ਕਿਵੇਂ ਹੋਂਦ ਵਿੱਚ ਆਈ, ਇਸ ਦਾ ਪਿਛੋਕੜ ਕਿਸ ਨਾਲ ਜਾ ਕੇ ਜੁੜਦਾ ਹੈ। ਅਤੇ ਸਭ ਤੋਂ ਵੱਡਾ ਜੋ ਇਸ ਦਾ ਬਾਰੇ ਭਰਮ ਭੁਲੇਖਾ ਹੈ ਉਹ ਇਹ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਅੱਖਰਾਂ ਦੀ ਸਿਰਜਣਾ ਕੀਤੀ। ਭਾਵ ਇਹ ਆਮ ਧਾਰਨਾ ਪ੍ਰਚਲਿਤ ਹੈ ਸਿੱਖ ਜਗਤ ਵਿੱਚ ਕਿ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਅੱਖਰ ਬਣਾਏ। ਦੂਸਰੀ ਧਾਰਨਾ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਗੁਰਮੁਖੀ ਚਿੰਨ੍ਹ ਵਰਤੇ। ਅਤੇ ਤੀਸਰੀ ਧਾਰਨਾ ਜੋ ਹੈ ਪ੍ਰੋਫੈਸਰ ਕੇਸਰ ਸਿੰਘ ਛਿੱਬਰ ਜਿਹੇ ਵਿਦਵਾਨ ਜੋ ਹਨ ਉਹ ਗੁਰਮੁਖੀ ਦਾ ਸੰਸਥਾਪਕ ਬਾਬਾ ਸ੍ਰੀ ਚੰਦ ਜੀ ਨੂੰ ਵੀ ਮਿਥਦੇ ਹਨ। ਜਿਵੇਂ ਕਿ ਉਹਨਾਂ ਨੇ ਲਿਖਿਆ ਹੈ ਕਿ ਜੈਸੇ ਸਾਹਿਬ ਸ੍ਰੀ ਚੰਦ ਜੀ ਨੇ ਗੁਰਮੁਖੀ ਅੱਖਰ ਬਣਾਏ। ਇਹ ਤਿੰਨ ਭਰਮ ਭੁਲੇਖੇ ਜੋ ਹਨ ਇਹ ਮੌਜੂਦ ਹਨ ਗੁਰਮੁਖੀ ਲਿਪੀ ਦੇ ਨਿਕਾਸ ਬਾਰੇ। ਪਰ ਇਸ ਵਿੱਚ ਹਾਲਾਂਕਿ ਕੋਈ ਸ਼ੱਕ ਨਹੀਂ ਹੈ ਕਿ ਗੁਰਮੁਖੀ ਲਿਪੀ ਅਜੋਕੇ ਰੂਪ ਵਿੱਚ ਜੋ ਪੁੱਜੀ ਹੈ ਇਸ ਵਿੱਚ ਗੁਰੂ ਅੰਗਦ ਦੇਵ ਜੀ ਦੇ ਬਹੁਤ ਵੱਡੇ ਯਤਨ ਹਨ। ਉਹਨਾਂ ਦੇ ਯਤਨਾਂ ਸਦਕਾ ਹੀ ਇਹ ਲਿਪੀ ਜੋ ਹੈ ਵਿਕਸਿਤ ਹੋਈ ਹੈ, ਪ੍ਰਫੁੱਲਿਤ ਹੋਈ ਹੈ। ਕਿਉਂਕਿ ਗੁਰੂ ਅੰਗਦ ਦੇਵ ਜੀ ਨੇ ਜਦ ਬਾਣੀ ਦੀ ਸਿਰਜਣਾ ਕੀਤੀ ਤਾਂ ਉਸ ਸਮੇਂ ਜਾਂ ਗੁਰੂ ਅੰਗਦ ਦੇਵ ਜੀ ਦੇ ਸਮੇਂ ਬਹੁਤ ਸਾਰੀਆਂ ਲਿਪੀਆਂ ਜੋ ਸਨ ਪ੍ਰਚਲਿਤ ਸਨ। ਉਹਨਾਂ ਦੇ ਵਿੱਚੋਂ ਗੁਰਮੁਖੀ ਲਿਪੀ ਜੋ ਸੀ ਉਹ ਜਨ ਸਧਾਰਨ ਦੀ ਭਾਸ਼ਾ ਸੀ ਔਰ ਗੁਰੂ ਸਾਹਿਬਾਨ ਆਪਣੀ ਬਾਣੀ, ਆਪਣਾ ਸੰਦੇਸ਼ ਜੋ ਹੈ ਜਨ ਸਧਾਰਨ ਤੱਕ ਹੀ ਪਹੁੰਚਾਉਣਾ ਚਾਹੁੰਦੇ ਸਨ। ਸੋ ਉਹਨਾਂ ਨੇ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਬਾਣੀ ਦੀ ਸਿਰਜਣਾ ਦੇ ਲਈ ਅਤੇ ਉਸ ਚੌਗਿਰਦੇ ਦੇ ਲੋਕਾਂ ਨੂੰ ਵੀ ਗੁਰਮੁਖੀ ਲਿਪੀ ਨੂੰ ਅਪਣਾਉਣ ਦਾ ਜੋ ਸੰਦੇਸ਼ ਦਿੱਤਾ, ਇਸੇ ਸਦਕਾ ਹੀ ਗੁਰਮੁਖੀ ਲਿਪੀ ਗੁਰੂ ਅੰਗਦ ਦੇਵ ਜੀ ਦੇ ਨਾਲ ਜੋੜੀ ਜਾਂਦੀ ਹੈ। ਜੋੜਿਆ ਜਾਣਾ ਜਾਂ ਉਹਨਾਂ ਦੁਆਰਾ ਯਤਨ ਕੀਤੇ ਜਾਣੇ ਇਸ ਨੂੰ ਪ੍ਰਫੁੱਲਿਤ ਕਰਨ ਦੇ ਉਹ ਬਿਲਕੁਲ ਜਾਇਜ਼ ਹੈ, ਅਸੀਂ ਇਸ ਨਾਲ ਸਹਿਮਤ ਹਾਂ। ਪਰ ਕੋਈ ਵੀ ਲਿਪੀ ਜਿਹੜੀ ਹੈ ਕਦੇ ਵੀ ਕਿਸੇ ਇੱਕ ਸ਼ਖਸੀਅਤ ਦੇ ਯਤਨਾਂ ਸਦਕਾ ਜਾਂ ਅਚਾਨਕ ਕਿਸੇ ਵਿਸ਼ੇਸ਼ ਸਮੇਂ ਦੇ ਵਿੱਚ ਹੋਣ ਦੇ ਵਿੱਚ ਨਹੀਂ ਆਉਂਦੀ। ਇਸ ਦੇ ਹੋਣ ਦੇ ਵਿੱਚ ਆਉਣ ਦੇ ਵਿੱਚ ਸਦੀਆਂ ਤੱਕ ਦੇ ਉਪਰਾਲੇ ਹੁੰਦੇ ਹਨ। ਸੋ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੁਆਰਾ ਵੀ ਇਹ ਲਿਪੀ ਵਰਤੀ ਗਈ ਸੀ ਅਤੇ ਇਸ ਤੋਂ ਪਹਿਲਾਂ ਵੀ ਇਸ ਲਿਪੀ ਦੇ ਨਾਲ ਰਲਦੇ ਮਿਲਦੇ ਬਹੁਤ ਸਾਰੇ ਲਿਪੀ ਚਿੰਨ੍ਹ ਜੋ ਹਨ ਉਸ ਸਮੇਂ ਦੇ ਲੋਕ ਵੀ ਵਰਤਦੇ ਸਨ ਅਤੇ ਉਸ ਸਮੇਂ ਦੀਆਂ ਲਿਪੀਆਂ ਵਿੱਚ ਵੀ ਮੌਜੂਦ ਸਨ। ਗੁਰੂ ਸਾਹਿਬਾਨ ਨੇ ਤਾਂ ਆਮ ਲੋਕਾਂ ਦੁਆਰਾ ਵਰਤੀ ਜਾਂਦੀ ਲਿਪੀ ਨੂੰ ਆਪਣੀ ਬਾਣੀ ਰਚਨਾ ਲਈ ਵਰਤਿਆ। ਪਰ ਇਸ ਲਿਪੀ ਦੇ ਚਿੰਨ੍ਹ ਜੋ ਹਨ ਇਹ 5 ਸਦੀਆਂ ਪਿੱਛੋਂ ਤੱਕ ਜਾਂਦੇ ਹਨ। ਜੇਕਰ ਅਸੀਂ ਗੁਰਮੁਖੀ ਲਿਪੀ ਦਾ ਸੰਬੰਧ ਸਿਰਫ ਗੁਰੂ ਅੰਗਦ ਦੇਵ ਜੀ ਦੇ ਨਾਲ ਜੋੜਦੇ ਹਾਂ ਅਤੇ ਇਸ ਤਰ੍ਹਾਂ ਕਰਨ ਦੇ ਨਾਲ ਗੁਰਮੁਖੀ ਲਿਪੀ ਦਾ ਜੋ ਪੁਰਾਤਨਤਾ ਹੈ ਉਸ ਦੇ ਉੱਤੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਕਿਉਂਕਿ ਗੁਰੂ ਸਾਹਿਬਾਨ ਦਾ ਇਤਿਹਾਸ ਜੋ ਹੈ ਉਹ 500 ਸਾਲ ਤੱਕ ਦਾ ਪੁਰਾਣਾ ਹੈ ਜਾਂ ਉਹਨਾਂ ਦੀ ਬਾਣੀ ਹੈ। ਅਤੇ ਇਸ ਤਰ੍ਹਾਂ ਗੁਰਮੁਖੀ ਲਿਪੀ ਨੂੰ ਜੇਕਰ ਅਸੀਂ ਗੁਰੂ ਅੰਗਦ ਦੇਵ ਜੀ ਦੇ ਨਾਲ ਜੋੜਦੇ ਹਾਂ ਅਤੇ ਗੁਰਮੁਖੀ ਲਿਪੀ ਦੀ ਪ੍ਰਾਚੀਨਤਾ ਜਿਹੜੀ ਹੈ ਉਸ ਦੇ ਉੱਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਸੋ ਇਹ ਅੱਖਰ ਜੋ ਹਨ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਇੱਥੋਂ ਤੱਕ ਕਿ ਨਾਥ ਜੋਗੀਆਂ ਦੇ ਸਾਹਿਤ ਤੋਂ ਵੀ ਪਹਿਲਾਂ ਜੋ ਸਨ ਉਹ ਮੌਜੂਦ ਸਨ।
ਗੁਰਮੁਖੀ ਲਿਪੀ ਦੇ ਬਾਰੇ ਜੋ ਹੈ ਸਭ ਤੋਂ ਪਹਿਲਾਂ ਜੋ ਖੋਜ ਕੀਤੀ ਹੈ ਉਹ ਅੰਗਰੇਜ਼ ਖੋਜੀਆਂ ਜਾਂ ਅੰਗਰੇਜ਼ ਵਿਦਵਾਨਾਂ ਡਾਕਟਰ ਗ੍ਰੀਅਰਸਨ, ਪ੍ਰੋਫੈਸਰ ਥੀਮਸ ਅਤੇ ਨਿਊਟਨ ਨੇ ਗੁਰਮੁਖੀ ਲਿਪੀ ਦੇ ਇਤਿਹਾਸ ਬਾਰੇ ਖੋਜ ਕੀਤੀ। ਪਰ ਉਹ ਖੋਜ ਜਿਹੜੀ ਆ ਉਹ ਪ੍ਰਮਾਣਿਕ ਨਹੀਂ ਮੰਨੀ ਜਾਂਦੀ। ਕਿਉਂਕਿ ਉਸ ਦੇ ਵਿੱਚ ਵੀ ਉਹਨਾਂ ਦੁਆਰਾ ਬਹੁਤ ਸਾਰੇ ਭਰਮ ਭੁਲੇਖੇ ਪਾਏ ਗਏ ਹਨ। ਪਰ ਡਾਕਟਰ GB ਸਿੰਘ ਜੋ ਹਨ, ਜਿਨ੍ਹਾਂ ਦਾ ਨਾਮ ਗੁਰਬਖਸ਼ ਸਿੰਘ ਹੈ, ਉਹਨਾਂ ਨੇ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਨਾਮ ਦੀ ਜੋ ਪੁਸਤਕ ਲਿਖੀ ਹੈ, ਇਹ ਪੁਸਤਕ ਸਭ ਤੋਂ ਵੱਧ ਪ੍ਰਮਾਣਿਕ ਪੁਸਤਕ ਹੈ। ਔਰ ਇਸ ਪੁਸਤਕ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਬ੍ਰਹਮੀ ਲਿਪੀ ਹੈ, ਜੋ ਕਿ ਰਾਜੇ ਅਸ਼ੋਕ ਦੇ ਸਮੇਂ ਵੀ ਪ੍ਰਚਲਿਤ ਸੀ। ਪਾਲੀ ਬੋਲੀ ਤੇ ਬੋਧੀ ਗ੍ਰੰਥ ਜਿਹੜੇ ਹਨ ਉਹ ਵੀ ਇਸ ਲਿਪੀ ਦੇ ਵਿੱਚ ਲਿਖੇ ਜਾਂਦੇ ਸਨ। ਇਸ ਤੋਂ ਹੀ ਭਾਰਤ ਦੀਆਂ ਬਹੁਤ ਸਾਰੀਆਂ ਜੋ ਆਧੁਨਿਕ ਲਿਪੀਆਂ ਹਨ ਉਹਨਾਂ ਦਾ ਜਨਮ ਹੋਇਆ। ਜੋ ਅਜੋਕੇ ਭਾਰਤ ਦੇ ਵਿੱਚ ਵੱਖ-ਵੱਖ ਰਾਜਾਂ ਦੇ ਵਿੱਚ ਜੋ ਲਿਪੀਆਂ, ਜੋ ਬੋਲੀਆਂ ਲਿਖੀਆਂ ਬੋਲੀਆਂ ਜਾਂਦੀਆਂ ਹਨ, ਉਹ ਵੀ ਬ੍ਰਹਮੀ ਲਿਪੀ ਦੀ ਹੀ ਉਪਜ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਦੀਆਂ ਸਾਰੀਆਂ ਜੋ ਲਿਪੀਆਂ ਹਨ ਉਹਨਾਂ ਦਾ ਆਪਸ ਦੇ ਵਿੱਚ ਭੈਣਾਂ ਵਾਲਾ ਰਿਸ਼ਤਾ ਹੈ, ਸਾਰੀਆਂ ਹੀ ਬ੍ਰਹਮੀ ਲਿਪੀ ਤੋਂ ਹੀ ਉਪਜੀਆਂ ਹਨ। ਪਰ ਪ੍ਰੋਫੈਸਰ ਪ੍ਰੀਤਮ ਸਿੰਘ ਲਿਖਦੇ ਹਨ ਕਿ ਬ੍ਰਹਮੀ ਦੇ ਨਾਲ ਨਾਲ ਇੱਕ ਖਰੋਸ਼ਟੀ ਨਾਂ ਦੀ ਲਿਪੀ ਵੀ ਪ੍ਰਚਲਿਤ ਸੀ। ਇਹ ਫਾਰਸੀ ਖਰੋਸ਼ਟੀ ਭਾਵ ਜਿਹੜੀ ਲਿਪੀ ਸੀ ਇਹ ਫਾਰਸੀ ਵਾਂਗ ਸੱਜਿਓਂ ਖੱਬੇ ਨੂੰ ਲਿਖੀ ਜਾਂਦੀ ਸੀ, ਜਿਵੇਂ ਫਾਰਸੀ ਅੱਖਰ ਖੱਬੇ ਤੋਂ ਸੱਜੇ ਵੱਲ ਨੂੰ ਚੱਲਦੇ ਹਨ। ਪਰ ਇਹ ਲਿਪੀ ਜੋ ਸੀ ਜ਼ਿਆਦਾ ਵਿਕਸਿਤ ਨਾ ਹੋ ਸਕੀ ਅਤੇ 3 ਸਦੀ ਦੇ ਵਿੱਚ ਹੀ ਖਤਮ ਹੋ ਗਈ। ਸੋ GB ਸਿੰਘ ਤੇ ਹੋਰ ਵਿਦਵਾਨਾਂ ਦੀ ਖੋਜ ਅਨੁਸਾਰ ਗੁਰਮੁਖੀ ਲਿਪੀ ਜਿਹੜੀ ਹੈ ਉਹ ਬ੍ਰਹਮੀ ਲਿਪੀ ਤੋਂ ਉਪਜੀ ਹੈ। ਤੇ ਉਸ ਸਮੇਂ ਗੁਰਮੁਖੀ ਲਿਪੀ ਦੇ ਨਾਲ ਨਾਲ ਸਿੱਧ ਮਾਤ੍ਰਿਕਾ, ਭੱਟ ਅਸ਼ਰੀ, ਸ਼ਾਰਦਾ, ਟਾਕਰੀ, ਲੰਡੇ ਅਤੇ ਦੇਵਨਾਗਰੀ ਲਿਪੀਆਂ ਜਿਹੜੀਆਂ ਸਨ ਉਹ ਵੀ ਪ੍ਰਚਲਿਤ ਸਨ। ਕਦੋਂ? ਗੁਰੂ ਨਾਨਕ ਦੇਵ ਜੀ ਦੇ ਸਮੇਂ। ਪਰ ਸ਼ਾਰਦਾ ਅਤੇ ਟਾਕਰੀ ਜਾਂ ਲੰਡੇ ਤੇ ਦੇਵਨਾਗਰੀ ਇਹ ਜਿਹੜੀਆਂ ਸਨ ਇਹ ਪੰਜਾਬ ਦੇ ਵਿੱਚ ਪ੍ਰਚਲਿਤ ਸਨ। ਸਮੁੱਚੇ ਭਾਰਤ ਦੇ ਵਿੱਚ ਸਿੱਧ ਮਾਤ੍ਰਿਕਾ, ਭੱਟ ਅਸ਼ਰੀ ਤੇ ਇਹ 4 ਲਿਪੀਆਂ ਸ਼ਾਰਦਾ, ਟਾਕਰੀ, ਲੰਡੇ ਤੇ ਦੇਵਨਾਗਰੀ ਵਰਤੀਆਂ ਜਾ ਰਹੀਆਂ ਸਨ। ਪਰ ਪੰਜਾਬ ਦੇ ਵਿੱਚ ਸ਼ਾਰਦਾ ਜੋ ਕਿ ਕਸ਼ਮੀਰ ਦੇ ਵਿੱਚ ਬੋਲੀ ਜਾਂਦੀ ਸੀ ਔਰ ਸਰਸਵਤੀ ਦੇ ਕੰਢੇ ਵਸੇ ਕਸ਼ਮੀਰ ਕੁਟਿਲ ਲਿਪੀ ਤੋਂ ਇਸ ਦੀ ਉਪਜੀ ਜੋ ਹੈ ਪੈਦਾਇਸ਼ ਹੋਈ ਸੀ। ਕਦੋਂ? 10ਵੀਂ ਸਦੀ ਦੇ ਵਿੱਚ। ਔਰ ਇਹ ਬੋਲੀ ਜਿਹੜੀ ਸੀ ਕਸ਼ਮੀਰ ਦੇ ਵਿੱਚ ਇਸ ਦਾ ਵਿਕਾਸ ਹੋਇਆ। ਇਸ ਦੇ ਨਾਲ ਹੀ ਜੋ ਟਾਕਰੀ ਹੈ, ਟਾਕਰੀ ਸ਼ਾਰਦਾ ਦੇ ਨਾਲ ਨਾਲ ਪੰਜਾਬ ਦੇ ਵਿੱਚ ਬੋਲੀ ਜਾਣ ਵਾਲੀ ਪ੍ਰਾਚੀਨ ਲਿਪੀ ਹੈ ਜੋ ਕਿ ਜੰਮੂ ਦੇ ਇਲਾਕੇ ਦੇ ਵਿੱਚ ਵਰਤੀ ਜਾਂਦੀ ਸੀ। ਸ਼ਾਰਦਾ ਕਿੱਥੇ ਵਰਤੀ ਜਾ ਰਹੀ ਹੈ? ਕਸ਼ਮੀਰ ਦੇ ਇਲਾਕੇ ਵਿੱਚ। ਔਰ ਟਾਕਰੀ ਕਿੱਥੇ ਵਰਤੀ ਜਾ ਰਹੀ ਹੈ? ਜੰਮੂ ਦੇ ਇਲਾਕੇ ਵਿੱਚ। ਇਸ ਤੋਂ ਬਾਅਦ ਆ ਜਾਂਦੀ ਹੈ ਲੰਡੇ ਅਤੇ ਟਾਕਰੀ। ਲੰਡੇ ਅਤੇ ਟਾਕਰੀ ਦੋਵੇਂ ਜਿਹੜੀਆਂ ਹਨ ਇਹ ਵਪਾਰੀਆਂ ਦੁਆਰਾ ਆਪਣਾ ਹਿਸਾਬ ਕਿਤਾਬ ਰੱਖਣ ਦੇ ਲਈ ਵਰਤੀਆਂ ਜਾਣ ਵਾਲੀਆਂ ਲਿਪੀਆਂ ਸਨ, ਜਿਹਦੇ ਵਿੱਚ ਲਗਾ ਮਾਤਰਾ ਨਹੀਂ ਸਨ ਹੁੰਦੀਆਂ। ਔਰ ਲੰਡੇ ਜੋ ਸੀ ਇਹ ਕਸ਼ਮੀਰ ਦੇ ਵਿੱਚ ਵਰਤੀ ਜਾ ਰਹੀ ਸੀ ਔਰ ਟਾਕਰੇ ਜੋ ਸਨ ਇਹ ਜੰਮੂ ਦੇ ਵਿੱਚ ਵਰਤੇ ਜਾ ਰਹੇ ਸਨ। ਕਿਹਨਾਂ ਦੁਆਰਾ? ਵਪਾਰੀਆਂ ਦੁਆਰਾ ਹਿਸਾਬ ਕਿਤਾਬ ਰੱਖਣ ਦੇ ਲਈ। ਬਾਣੀਕਾਰਾਂ ਨੇ ਵੱਲੋਂ ਵਰਤੇ ਗਏ ਅੱਖਰ ਜਿਹੜੇ ਸਨ ਇਹ ਦੇਵਨਾਗਰੀ ਨਾਲੋਂ ਵਧੇਰੇ ਸ਼ਾਰਦਾ ਤੇ ਟਾਕਰੀ ਦੇ ਨਾਲ ਮਿਲਦੇ ਸਨ। ਭਾਵ ਬਾਣੀਕਾਰਾਂ ਨੇ ਜਿਹੜੀ ਗੁਰਮੁਖੀ, ਗੁਰੂ ਸਾਹਿਬਾਨ ਨੇ ਜਿਹੜੀ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਹੈ ਬਾਣੀ ਸਿਰਜਣਾ ਦੇ ਲਈ, ਉਹ ਦੇਵਨਾਗਰੀ ਦੇ ਨਾਲੋਂ ਸ਼ਾਰਦਾ ਤੇ ਟਾਕਰੀ ਦੇ ਨਾਲ ਉਸ ਦਾ ਜ਼ਿਆਦਾ ਜੋ ਸੀ ਸਮਾਨਤਾ ਸੀ। ਜਿਵੇਂ ੜ ਅੱਖਰ ਜੋ ਹੈ, ੜ ਦੀ ਆਵਾਜ਼ ਜਿਹੜੀ ਹੈ ਇਹ ਪੰਜਾਬੀ ਦੀ ਆਵਾਜ਼ ਹੈ ਔਰ ਗੁਰੂ ਨਾਨਕ ਦੇਵ ਜੀ ਦੀ ਰਚਨਾ ਪੱਟੀ ਜੋ ਕਿ ਰਾਗ ਆਸਾ ਦੇ ਵਿੱਚ ਹੈ ਉਸ ਦੇ ਵਿੱਚ ਵੀ ਮੌਜੂਦ ਸੀ। ਪੱਟੀ ਜੋ ਸੀ ਗੁਰੂ ਨਾਨਕ ਦੇਵ ਜੀ ਰਚਨਾ ਉਸ ਦੇ ਵਿੱਚ 35 ਅੱਖਰ ਸਨ, ਜਿਨ੍ਹਾਂ ਦੀ ਤਰਤੀਬ ਜੋ ਸੀ ਅਜੋਕੇ ਊੜੇ ਨਾਲ ਸਟਾਰਟ ਨਹੀਂ ਸੀ ਹੁੰਦੀ। ਉਹ ਸੱਸੇ ਤੋਂ ਸ਼ੁਰੂ ਹੁੰਦੇ ਸਨ। ਸੱਸੇ ਤੋਂ ਬਾਅਦ ਈੜੀ, ਫਿਰ ਊੜਾ, ਫਿਰ ਕੱਕੇ ਤੋਂ ਲੈ ਕੇ ਡਾੜੇ ਤੱਕ ਤੇ ਅੰਤ ਦੇ ਵਿੱਚ ਹਾਹਾ ਤੇ ਆੜਾ ਜੋ ਸੀ ਉਹ ਡਾੜੇ ਦੀ ਥਾਂ ਤੇ ਬਿਲਕੁਲ ਅਖੀਰ ਦੇ ਵਿੱਚ ਆਉਂਦਾ ਸੀ। ਇਹ ਜੋ ਸੀ 35 ਅੱਖਰੀ ਦੀ ਤਰਤੀਬ ਜੋ ਸੀ ਇਹ ਗੁਰੂ ਨਾਨਕ ਦੇਵ ਜੀ ਨੇ ਜੋ ਪੱਟੀ ਰਚਨਾ ਕੀਤੀ ਹੈ ਰਾਗ ਆਸਾ ਦੇ ਵਿੱਚ ਉਸ ਦੇ ਵਿੱਚ 35 ਦੀ ਇਹ ਤਰਤੀਬ ਹੈ। ਤੇ ਗੁਰਮੁਖੀ ਲਿਪੀ ਜੋ ਹੈ ਇਸ ਦੇ ਬ੍ਰਹਮੀ ਦੇ ਨਾਲ 7 ਅੱਖਰ ਸਾਂਝੇ ਹਨ ਤੇ 7 ਥੋੜ੍ਹੇ ਬਹੁਤ ਮਿਲਦੇ ਜੁਲਦੇ ਹਨ। ਭਾਵ ਜੇਕਰ ਅਸੀਂ ਉਸ ਵੇਲੇ ਦੀਆਂ ਜੋ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਲਿਪੀਆਂ ਦਾ ਆਪਸ ਦੇ ਵਿੱਚ ਤੁਲਨਾਤਮਕ ਅਧਿਐਨ ਕਰਦੇ ਹਾਂ
ਤਾਂ ਗੁਰਮੁਖੀ ਲਿਪੀ ਦੇ ਬ੍ਰਹਮੀ ਦੇ ਨਾਲ 7 ਅੱਖਰ ਜੋ ਹਨ ਉਹ ਮਿਲਦੇ ਜੁਲਦੇ ਹਨ ਅਤੇ 7 ਅੱਖਰ ਸਾਂਝੇ ਹਨ, ਯਾਨੀ ਕਿ ਪੰਜਾਬੀ ਦੀ ਗੁਰਮੁਖੀ ਲਿਪੀ ਅਤੇ ਬ੍ਰਹਮੀ ਦੇ 7 ਅੱਖਰ ਜਿਹੜੇ ਹਨ ਉਹ ਸਾਂਝੇ ਹਨ ਤੇ 7 ਜਿਹੜੇ ਹਨ ਉਹ ਮਿਲਦੇ ਜੁਲਦੇ ਹਨ। ਠੀਕ ਇਸੇ ਤਰ੍ਹਾਂ ਸ਼ਾਰਦਾ ਦੇ ਨਾਲ 7 ਸਾਂਝੇ ਹਨ ਤੇ 12 ਮਿਲਦੇ ਜੁਲਦੇ ਹਨ। ਦੇਵਨਾਗਰੀ ਦੇ ਨਾਲ ਸਿਰਫ 2 ਅੱਖਰ ਸਾਂਝੇ ਹਨ ਤੇ 5 ਜਿਹੜੇ ਹਨ ਉਹ ਇਸ ਦੇ ਨਾਲ ਮਿਲਦੇ ਜੁਲਦੇ ਹਨ। ਔਰ ਟਾਕਰੀ ਦੇ 15 ਅੱਖਰ ਜਿਹੜੇ ਹਨ ਉਹ ਗੁਰਮੁਖੀ ਦੇ ਨਾਲ ਸਾਂਝੇ ਹਨ ਤੇ 5 ਆਪਸ ਦੇ ਵਿੱਚ ਇਹਨਾਂ ਦੇ ਮਿਲਦੇ ਜੁਲਦੇ ਹਨ। ਇਸੇ ਤਰ੍ਹਾਂ ਸਿੰਧੂ ਘਾਟੀ ਦੀ ਸੱਭਿਅਤਾ ਦੇ ਵਿੱਚ ਜਿਹੜੇ ਲਿਪੀ ਅੱਖਰ ਵਰਤੇ ਜਾ ਰਹੇ ਸਨ, ਉਹਨਾਂ ਦੇ ਅੱਖਰਾਂ ਦੇ ਨਾਲ ਵੀ 7 ਅੱਖਰਾਂ ਦੀ ਸਮਾਨਤਾ ਹੈ। ਪੁਰਾਤਨ ਹੱਥ ਲਿਖਤ ਖਰੜਿਆਂ ਦੇ ਵਿੱਚ ਜਾਂ ਉਸ ਸਮੇਂ ਦੇ ਜਿਹੜੇ ਭੋਜ ਪੱਤਰ ਸਨ ਜਾਂ ਹਰਿਦੁਆਰ ਦੇ ਪੰਡਿਆਂ ਦੁਆਰਾ ਜੋ ਵਹੀਆਂ ਲਿਖੀਆਂ ਜਾ ਰਹੀਆਂ ਸਨ, ਉਹਨਾਂ ਵਹੀਆਂ 'ਚ ਵੀ ਗੁਰਮੁਖੀ ਦੇ ਅੱਖਰ ਮਿਲਦੇ ਹਨ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਉਸ ਸਮੇਂ ਹਿੰਦੁਸਤਾਨ ਦੇ ਵਿੱਚ ਔਰ ਖ਼ਾਸ ਕਰਕੇ ਪੰਜਾਬ ਦੇ ਵਿੱਚ ਗੁਰਮੁਖੀ ਲਿਪੀ ਜਿਹੜੀ ਹੈ ਉਹ ਆਮ ਜਨ ਸਧਾਰਨ ਦੁਆਰਾ ਵਰਤੀ ਜਾ ਰਹੀ ਸੀ, ਪਰ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਲਿਪੀਆਂ ਮੌਜੂਦ ਸਨ। ਪਰ ਗੁਰੂ ਸਾਹਿਬਾਨ ਨੇ ਸਿਰਫ ਔਰ ਸਿਰਫ ਗੁਰਮੁਖੀ ਲਿਪੀ ਦੇ ਉੱਤੇ ਜ਼ੋਰ ਦਿੱਤਾ। ਕਿਉਂ ਜ਼ੋਰ ਦਿੱਤਾ? ਕਿਉਂਕਿ ਇਹ ਲਿਪੀ ਜੋ ਸੀ ਇਹ ਉਸ ਵੇਲੇ ਦੇ ਪੰਜਾਬ ਦੇ ਜਨ ਸਧਾਰਨ ਦੀ ਭਾਸ਼ਾ ਸੀ ਔਰ ਗੁਰੂ ਸਾਹਿਬਾਨ ਦਾ ਮੁੱਖ ਮਕਸਦ ਆਪਣੀ ਬਾਣੀ ਰਾਹੀਂ ਜੋ ਸੰਦੇਸ਼ ਸੀ ਉਹ ਜਨ ਸਧਾਰਨ ਤੱਕ ਹੀ ਪ੍ਰਵਾਹਿਤ ਕਰਨਾ ਸੀ। ਸੋ ਇਹ ਸਾਰੇ ਤੱਥ ਜੋ ਹਨ ਗੁਰਮੁਖੀ ਲਿਪੀ ਦੇ ਨਿਕਾਸ ਬਾਰੇ ਚਾਨਣਾ ਪਾਉਂਦੇ ਹੋਏ ਇਸ ਦੀ ਪੁਰਾਤਨਤਾ ਅਤੇ ਪ੍ਰਾਚੀਨਤਾ ਨੂੰ ਵੀ ਸਿੱਧ ਕਰਦੇ ਹਨ। ਭਾਵ ਗੁਰਮੁਖੀ ਲਿਪੀ ਬੇਹੱਦ ਪ੍ਰਾਚੀਨ ਹੈ, ਜਿਸ ਦਾ ਨਿਕਾਸ ਬ੍ਰਹਮੀ ਲਿਪੀ ਤੋਂ ਹੋਇਆ ਹੈ, ਜੋ ਕਿ ਸਿੰਧੂ ਘਾਟੀ ਦੀ ਸੱਭਿਅਤਾ ਦੇ ਅੱਖਰਾਂ ਦੇ ਨਾਲ ਵੀ ਇਸ ਦੀ ਸਾਂਝ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਨਿਕਾਸ ਤੋਂ ਬਾਅਦ ਗੁਰਮੁਖੀ ਲਿਪੀ ਦਾ ਵਿਕਾਸ। ਗੁਰਮੁਖੀ ਲਿਪੀ ਦੇ ਵਿਕਾਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਦੁਆਰਾ ਗੁਰਮੁਖੀ ਲਿਪੀ ਨੂੰ ਅਪਣਾਉਣ ਲਈ ਕੀਤੇ ਗਏ ਯਤਨਾਂ ਸਦਕਾ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੇ ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਪ੍ਰਮੁੱਖ ਰਚਨਾ ਹੈ ਚੰਡੀ ਦੀ ਵਾਰ ਅਤੇ ਇੱਕ ਸ਼ਬਦ ਜੋ ਹੈ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹਨਾਂ ਰਚਨਾ ਦੁਆਰਾ ਵੀ ਪੰਜਾਬੀ ਭਾਸ਼ਾ ਦੇ ਲਈ ਅਪਣਾਈ ਗਈ ਗੁਰਮੁਖੀ ਲਿਪੀ ਦੇ ਵਿਕਾਸ ਦੇ ਵਿੱਚ ਚੋਖਾ ਯੋਗਦਾਨ ਪਾਇਆ। ਫਿਰ ਉਸ ਸਮੇਂ ਦਾ ਜਿਹੜਾ ਕਿੱਸਾ, ਸੂਫੀ, ਭਗਤੀ ਜਾਂ ਵਾਰਤਕ ਸਾਹਿਤ ਵੀ ਲਿਖਿਆ ਗਿਆ, ਉਹ ਵੀ ਗੁਰਮੁਖੀ ਲਿਪੀ ਦੇ ਵਿਕਾਸ ਦੇ ਵਿੱਚ ਆਪਣਾ ਨਿਵੇਕਲਾ ਯੋਗਦਾਨ ਪਾਉਂਦਾ ਹੈ। ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਇਸ ਲਿਪੀ ਦਾ ਵਿਕਾਸ ਹੋਇਆ। ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫਾਰਸੀ ਲਿਪੀ ਦੀ ਪ੍ਰਧਾਨਤਾ ਸੀ, ਪਰ ਨਾਲ ਦੀ ਨਾਲ ਗੁਰਮੁਖੀ ਲਿਪੀ ਦਾ ਵੀ ਵਿਕਾਸ ਹੁੰਦਾ ਰਿਹਾ। ਅੰਗਰੇਜ਼ਾਂ ਦੇ ਆਗਮਨ ਤੋਂ ਬਾਅਦ ਪੱਛਮੀ ਸਾਹਿਤ ਦੇ ਪ੍ਰਭਾਵ ਅਧੀਨ ਗੁਰਮੁਖੀ ਲਿਪੀ ਵਿੱਚ ਚੋਖਾ ਸਾਹਿਤ ਰਚਿਆ ਗਿਆ ਔਰ ਪੰਜਾਬ ਵਿੱਚ ਛਾਪਾਖਾਨਾ ਲੱਗਣ ਦੇ ਨਾਲ, ਪ੍ਰੈਸ ਲੱਗਣ ਦੇ ਨਾਲ ਜੋ ਹੈ ਗੁਰਮੁਖੀ ਲਿਪੀ ਦੇ ਵਿਕਾਸ ਦੇ ਵਿੱਚ ਇੱਕ ਨਵਾਂ ਦੌਰ ਆਰੰਭ ਹੁੰਦਾ ਹੈ। ਸਾਹਿਤਕਾਰਾਂ ਲਈ ਗੁਰਮੁਖੀ ਲਿਪੀ ਨੂੰ ਵਰਤਣਾ ਹੋਰ ਵੀ ਆਸਾਨ ਹੋ ਜਾਂਦਾ ਹੈ, ਕਿਉਂਕਿ ਛਾਪੇਖਾਨੇ ਦੀ ਆਮਦ ਦੇ ਨਾਲ, ਛਾਪੇਖਾਨੇ ਦੀ ਸਥਾਪਨਾ ਦੇ ਨਾਲ ਅੱਖਰਾਂ ਦਾ ਜਿਹੜਾ ਆਕਾਰ ਸੀ ਉਹ ਨਿਸ਼ਚਿਤ ਹੋ ਗਿਆ। ਸਫਾਈ ਜਿਹੜੀ ਸੀ ਉਹ ਵੀ ਵੱਧ ਗਈ ਔਰ ਜਨ ਸਧਾਰਨ ਨੂੰ ਉਸ ਦੀ ਸਮਝ ਜਿਹੜੀ ਸੀ ਬੜੇ ਸੁਖੈਨ ਅਤੇ ਸਰਲ ਅੱਖਰ ਹੋਣ ਸਦਕਾ ਵਧੇਰੇ ਆਉਣ ਲੱਗੀ। ਹਿੰਦੀ ਦੇ ਵੀ ਬਹੁਤ ਸਾਰੇ ਗ੍ਰੰਥ ਜਿਹੜੇ ਸਨ ਉਹ ਗੁਰਮੁਖੀ ਲਿਪੀ ਦੇ ਵਿੱਚ ਲਿਖਣੇ ਸ਼ੁਰੂ ਹੋਏ ਤੇ ਵਿੱਦਿਆ ਦੇ ਵਿਕਾਸ ਦੇ ਨਾਲ ਵਿੱਦਿਅਕ ਅਦਾਰਿਆਂ ਭਾਵ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਵੀ ਗੁਰਮੁਖੀ ਲਿਪੀ ਦੇ ਵਿੱਚ ਪੜ੍ਹਾਈ ਹੋਣੀ ਸ਼ੁਰੂ ਹੋਈ ਤੇ ਅਦੋਕੇ ਦੌਰ ਦੇ ਵਿੱਚ ਭਾਵ ਅੱਜ ਦੇ ਸਮੇਂ ਦੇ ਵਿੱਚ ਤਕਨੀਕੀ ਕ੍ਰਾਂਤੀ ਸਦਕਾ, ਜਿਵੇਂ ਮੋਬਾਈਲ ਕਹਿ ਸਕਦੇ ਹਾਂ ਜਾਂ ਕੰਪਿਊਟਰ ਦੇ ਵਿੱਚ ਗੁਰਮੁਖੀ ਲਿਪੀ ਜਾਂ ਪੰਜਾਬੀ ਲਿਪੀ ਦੇ ਵੱਖੋ ਵੱਖਰੇ ਫੌਂਟ ਹੋਣ ਸਦਕਾ ਵਿਸ਼ਵ ਪੱਧਰ 'ਤੇ ਗੁਰਮੁਖੀ ਲਿਪੀ ਜੋ ਹੈ ਆਪਣੀਆਂ ਨਵੀਆਂ ਪੈੜਾਂ ਪਾ ਰਹੀ ਹੈ। ਸੋ ਇਸ ਸਾਰੀ ਚਰਚਾ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਸਿੱਟੇ ਵਜੋਂ ਸਮੁੱਚੇ ਰੂਪ ਦੇ ਵਿੱਚ ਕਿ ਪੰਜਾਬੀ ਭਾਸ਼ਾ ਨੂੰ ਵਿਕਸਿਤ ਕਰਨ ਦੇ ਲਈ, ਪੰਜਾਬੀ ਭਾਸ਼ਾ ਦੇ ਵਿਕਾਸ ਦੇ ਵਿੱਚ ਤੇ ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਦੇ ਵਿੱਚ ਗੁਰਮੁਖੀ ਲਿਪੀ ਨੇ ਬੜਾ ਇਤਿਹਾਸਕ ਯੋਗਦਾਨ ਪਾਇਆ ਹੈ। ਉਮੀਦ ਹੈ ਵਿਦਿਆਰਥੀਆਂ ਨੂੰ ਗੁਰਮੁਖੀ ਲਿਪੀ ਦੇ ਨਿਕਾਸ ਅਤੇ ਵਿਕਾਸ ਬਾਰੇ ਕੀਤੀ ਗਈ ਇਹ ਚਰਚਾ ਜੋ ਹੈ, ਇਸ ਦੇ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਕੁਆਇਰੀਜ਼ ਜਿਹੜੀਆਂ ਨੇ ਉਹ ਸਪਸ਼ਟ ਹੋ ਗਈਆਂ ਹੋਣਗੀਆਂ।